खिन मैं नीच कीट को राज, पार ब्रह्म गरीब निवाज। खिन मैं नीच कीट को राज, पार ब्रह्म गरीब निवाज। जाका दृष्ट कछु न आवे, तिस तत्काल दह दिस प्रगटावे। जाको अपनी करे बख्शीश, ताका लेखा ना गनै जगदीश। जियो पिंड सब तिसकी रास, घट घट पूर्ण ब्रह्म प्रगास। अपनी बनत आप बनाई, नानक जीवै देख बढ़ाई। अपनी बनत आप बनाई, नानक जीवै देख बढ़ाई। वाहिगुरु जी का खालसा, वाहिगुरु जी की फतेह। जुगो जुग अटल गुरता गद्दी ते विराजमान, चवर छतर तख्त दे मालक, धन श्री गुरु ग्रंथ साहिब जी महाराज जी दे पावन पवित्र हजूरी अंदर सपायमान सतसंगी जनों, दशमेश पिता धन श्री गुरु गोबिंद सिंह जी महाराज वल्लों बख्शी हुई फतेह दी सांझ पावो। करो किरपा वाहिगुरु जी का खालसा, वाहिगुरु जी की फतेह। आप जी ने शब्द सरवण किया है सुखनी साहिब दे विचों पंजवें पातशाह श्री गुरु अर्जन देव जी महाराज वल्लों उच्चारण किया होया। खिन मैं नीच कीट को राज, पार ब्रह्म गरीब निवाज। ओह परिपूर्ण परमात्मा, ओ दीन दयाल वाहिगुरु एक छिन दे विच कीड़े वर्गे निवे मनुख नूं राज भाग दे दिंदा है ते सदा गरीबां नूं नवाजण वाला है, गरीबां ते मेहर करन वाला है। दुनिया दे विच नीवें मनुखां नूं ते गरीबां नूं कोई नहीं पुछदा। जां तो आप परमेसर उन्हां दी सार लैंदा है, जां उहदे रंग दे विच रंगे होए प्यारे उन्हां दी सार लैंदे ने। होर कोई उन्हां दे नाल मिल बैठण नूं तैयार नहीं। ते परमात्मा वाहिगुरु अपने सेवकां ते किरपा करदा है, जिहड़े दिल तो उस मालक नूं आराधदे ने, उहदा सिमरन करदे ने। ਉਹ ਨੀਵੇਂ ਤੋਂ ਨੀਵੇਂ ਮਨੁੱਖ ਨੂੰ ਰਾਜ ਭਾਗ ਦੇਣ ਦੇ ਸਮਰੱਥ ਹੈ। ਇੱਕ ਘਟਨਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਾਂ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਵੀ ਦਰਬਾਰ ਲਾਇਆ ਕਰਦੇ ਸਨ। ਉਹਨਾਂ ਕਵੀਆਂ ਨੂੰ ਚੰਗੇ ਨਾਮ ਦੇ ਕੇ ਸਨਮਾਨ ਕਰਦੇ ਸਨ। ਇੱਕ ਦਿਨ ਇੱਕ ਗਰੀਬ ਕਵੀ, ਜਿਹਦੇ ਕੋਲ ਨਾ ਤਾਂ ਚੰਗੇ ਬਸਤਰ ਨੇ ਤੇ ਪੈਰਾਂ ਦੇ ਵਿੱਚ ਜੋੜਾ ਵੀ ਫਟਿਆ ਹੋਇਆ ਪਾਇਆ ਹੋਇਆ ਹੈ, ਜੋੜਾ ਟੁੱਟਿਆ ਹੋਇਆ ਹੈ ਪੈਰਾਂ ਦਾ, ਤੇ ਘਰ ਦੀ ਹਾਲਾਤ ਕੋਈ ਚੰਗੀ ਨਹੀਂ। ਕੋਈ ਮਨਸਾ ਧਾਰ ਕੇ ਆਇਆ
ਕਿ ਮੈਂ ਦਸਵੇਂ ਪਾਤਸ਼ਾਹ ਦੇ ਕੋਲ ਆਪਣੀ ਕਵਿਤਾ ਪੇਸ਼ ਕਰਾਂਗਾ ਤੇ ਪਾਤਸ਼ਾਹ ਮੈਨੂੰ ਇਨਾਮ ਦੇਣਗੇ ਤੇ ਮੇਰੇ ਘਰ ਦਾ ਖਰਚਾ ਚੰਗਾ ਚੱਲ ਜਾਵੇਗਾ। ਹੁਣ ਕਟੋਚ ਤੋਂ ਅਨੰਦਪੁਰ ਸਾਹਿਬ ਪਹੁੰਚਦਾ ਹੈ ਤੇ ਉੱਥੇ ਆ ਕੇ ਸਿੰਘਾਂ ਨੂੰ ਪੁੱਛਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀ ਦਰਬਾਰ ਕਦੋਂ ਲਾਉਂਦੇ ਨੇ। ਹੁਣ 2-4 ਸਿੱਖ ਉਹਨੂੰ ਪੁੱਛਦੇ ਨੇ ਵੀ ਤੂੰ ਕੀ ਲੈਣਾ ਹੈ। ਤੇ ਉਹ ਕਵੀ ਜਿਹੜਾ ਗਰੀਬ ਹੈ ਉਹਨਾਂ ਸਿੱਖਾਂ ਨੂੰ ਕਹਿੰਦਾ ਹੈ ਕਿ ਮੈਂ ਕਵੀ ਹਾਂ ਤੇ ਮੈਂ ਵੀ ਕਵਿਤਾ ਪੇਸ਼ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਨਮੁਖ। ਤੇ ਉਹ ਸਿੱਖ ਆਖਣ ਲੱਗੇ ਵੀ ਕਵੀ ਤੂੰ ਲੱਗਦਾ ਤੇ ਹੈ ਨਹੀਂ, ਨਾ ਤਾਂ ਤੇਰੇ ਕੱਪੜੇ ਕਵੀਆਂ ਵਰਗੇ ਨੇ ਤੇ ਜੋੜਾ ਤੇਰਾ ਪਾਟਿਆ ਹੋਇਆ ਹੈ, ਤੂੰ ਕਵੀ ਨਹੀਂ ਜਾਪਦਾ। ਪਰ ਉੱਥੇ ਇੱਕ ਸਿੱਖ ਹੋਰ ਖੜਾ ਸੀ ਤਰਸਵਾਨ। ਉਹ ਕਹਿੰਦਾ ਤੂੰ ਘਬਰਾ ਨਾ ਭਾਈ, ਸ਼ਾਮੀ 4 ਵਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਵੀ ਦਰਬਾਰ ਲਾਉਂਦੇ ਨੇ, ਤੂੰ ਵੀ ਹਾਜ਼ਰੀ ਭਰ ਲਈ, ਉੱਥੇ ਤੇਰਾ ਮਿਲਾਪ ਕਲਗੀਆਂ ਵਾਲੇ ਦੇ ਨਾਲ ਹੋ ਜਾਵੇਗਾ। ਹੁਣ ਜਦੋਂ ਸ਼ਾਮ ਦੇ 4 ਵਜੇ ਤੇ ਉਹ ਕਵੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਹੁੰਚ ਕੇ ਨਮਸਕਾਰ ਕਰਦਾ ਹੈ ਤੇ ਜਦੋਂ ਨਮਸਕਾਰ ਕਰਦਾ ਹੈ, ਕਿਉਂਕਿ ਮਨ ਦੇ ਵਿੱਚ ਧਾਰ ਕੇ ਆਇਆ ਸੀ ਤੇ ਪਿਆਰ ਕਰਦਾ ਸੀ ਤੇ ਉਹ ਮਾਲਕ ਆਪਣੇ ਸੇਵਕਾਂ ਦੀ ਸदैव ਰੱਖਿਆ ਕਰਦਾ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਕਵੀ ਨੂੰ ਪੁੱਛਦੇ ਨੇ ਤੂੰ ਕਿੱਥੋਂ ਆਇਆ ਹੈ ਤੇ ਕੌਣ ਹੈ। ਉਹ ਕਵੀ ਆਖਣ ਲੱਗਾ ਮੈਂ ਕਟੋਚ ਰਿਆਸਤ ਵਿੱਚੋਂ ਆਇਆ ਹਾਂ ਤੇ ਨਾਮ ਹੈ ਮੇਰਾ ਹੰਸਰਾਮ, ਪਰ ਲੋਕੀ ਮੈਨੂੰ ਹੰਸੂ ਆਖਦੇ ਨੇ। ਜਦੋਂ ਦਾ ਮੈਂ ਵੱਡਾ ਹੋਇਆ ਅੱਜ ਤੱਕ ਕਿਸੇ ਨੇ ਮੇਰਾ ਨਾਮ ਵੀ ਚੰਗੀ ਤਰ੍ਹਾਂ ਨਹੀਂ ਲਿਆ ਪਾਤਸ਼ਾਹ। ਇਹ ਹਰ ਇੱਕ ਮੈਨੂੰ ਹੰਸੂ ਕਹਿ ਕੇ ਬੁਲਾਉਂਦਾ ਹੈ। ਤੇ ਗੁਰੂ ਸਾਹਿਬ ਪੁੱਛਦੇ ਨੇ ਤੂੰ ਕੰਮ ਕੀ ਕਰਦਾ ਹੈ। ਤੇ ਉਹ ਕਵੀ ਹੰਸਰਾਜ ਆਖਣ ਲੱਗਾ ਕਿ ਹੇ ਦੀਨ ਦਿਆਲ ਪਾਤਸ਼ਾਹ, ਮੈਂ ਇੱਕ ਛੋਟਾ ਜਿਹਾ ਕਵੀ ਹਾਂ ਤੇ ਲਾਈਨਾਂ ਜੋੜ ਕੇ ਕਵਿਤਾ ਮੈਂ ਬਣਾਉਂਦਾ ਹਾਂ ਤੇ ਆਪ ਜੀ ਵਾਸਤੇ ਮੈਂ ਕਵਿਤਾ ਪੇਸ਼ ਕਰਨ ਵਾਸਤੇ ਆਇਆ ਹਾਂ। ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਕਵੀ ਨੂੰ ਆਖਦੇ ਨੇ ਕਵੀ ਹੰਸਰਾਜ ਜੀ ਤੁਸੀਂ ਆਪਣੀ ਕਵਿਤਾ ਪੇਸ਼ ਕਰੋ। ਹੁਣ ਜਿਸ ਕਵੀ ਨੂੰ ਕਦੇ ਕਿਸੇ ਨੇ ਹੰਸਰਾਜ ਕਹਿ ਕੇ ਨਹੀਂ ਸੀ ਬੁਲਾਇਆ ਤੇ ਆ ਦੀਨ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਕਵੀ ਨੂੰ ਕਵੀ ਹੰਸਰਾਜ ਜੀ ਕਹਿ ਕੇ ਬੁਲਾਉਂਦੇ ਨੇ। ਦਾ ਮਨ ਭਰ ਆਉਂਦਾ ਹੈ ਕਿ ਇਹਨਾਂ ਨੂੰ ਸਤਿਕਾਰ ਕਦੇ ਜ਼ਿੰਦਗੀ ਵਿੱਚ ਮਿਲਿਆ ਕੋਈ ਨਹੀਂ ਸੀ, ਕਿਉਂਕਿ ਗਰੀਬ ਸੀ ਤੇ ਗਰੀਬਾਂ ਨੂੰ ਨਵਾਜਣ ਵਾਲੇ ਪਾਤਸ਼ਾਹ ਉਹਦਾ ਸਨਮਾਨ ਕਰਦੇ ਨੇ ਤੇ ਮਨ ਭਰਿਆ ਆਉਂਦਾ ਹੈ ਤੇ ਆਪਣੀ ਕਵਿਤਾ ਪੇਸ਼ ਕਰਦਾ ਹੈ। ਗੁਰੂ ਸਾਹਿਬ ਬੜੇ ਪਿਆਰ ਦੇ ਨਾਲ ਉਹਦੀ ਕਵਿਤਾ ਸੁਣਦੇ ਨੇ। ਉਸ ਤੋਂ ਬਾਅਦ ਉਹਨੂੰ ਆਖਦੇ ਨੇ ਕੁਝ ਹੋਰ ਕਵਿਤਾ ਸੁਣਾ। ਹੰਸਰਾਜ ਕਵਿਤਾ ਸੁਣਾਉਂਦਾ ਹੈ। ਪਾਤਸ਼ਾਹ ਕਹਿੰਦੇ ਹੋਰ ਸੁਣਾ। ਤਕਰੀਬਨ 1.25 ਘੰਟਾ ਉਹ ਕਵੀ ਹੰਸਰਾਜ ਗੁਰੂ ਸਾਹਿਬ ਨੂੰ ਕਵਿਤਾ ਸੁਣਾਉਂਦਾ ਹੈ। ਗੁਰੂ ਸਾਹਿਬ ਪ੍ਰਸੰਨ ਹੁੰਦੇ ਨੇ, ਖੁਸ਼ੀਆਂ ਖੇੜੇ ਵਿੱਚ ਆਉਂਦੇ ਨੇ ਤੇ ਆਪਣੇ ਖਜ਼ਾਨਚੀ ਨੂੰ ਕਹਿਣ ਲੱਗੇ ਵੀ ਦੇਖੋ ਖਜ਼ਾਨੇ ਦੇ ਵਿੱਚ ਕਿੰਨਾ ਪੈਸਾ ਪਿਆ ਹੈ। ਹੁਣ ਖਜ਼ਾਨਚੀ ਜਾ ਕੇ ਖਜ਼ਾਨਾ ਵੇਖਦਾ ਹੈ ਤੇ ਖਜ਼ਾਨੇ ਦੇ ਵਿੱਚ 18,000 ਰਜਤ ਪਣ
ਮਾਇਆ ਪਈ ਹੈ ਚਾਂਦੀ ਦੇ ਸਿੱਕੇ ਨੇ। ਤੇ ਕਲਗੀਆਂ ਵਾਲੇ ਪਾਤਸ਼ਾਹ ਖਜ਼ਾਨਚੀ ਨੂੰ ਕਹਿੰਦੇ ਨੇ, ਇਹ ਸਾਰੇ ਦਾ ਸਾਰਾ ਖਜ਼ਾਨਾ ਅੱਜ ਇਸ ਕਵੀ ਹੰਸ ਰਾਮ ਜੀ ਨੂੰ ਦੇ ਦਿਓ, ਕਿਉਂਕਿ ਗੁਰੂ ਸਦਾ ਆਪਣੇ ਸੇਵਕਾਂ ਨੂੰ ਨਵਾਜਣ ਵਾਲਾ ਹੈ। ਇੱਕ ਖਿਣ ਦੇ ਵਿੱਚ ਉਹ ਰਾਜਾ ਬਣਾ ਸਕਦਾ ਹੈ ਨੀਵੇਂ ਮਨੁੱਖ ਨੂੰ। ਅੱਜ ਕਿਰਪਾ ਹੋ ਗਈ ਕਵੀ ਹੰਸ ਰਾਮ ਤੇ, ਗੁਰੂ ਸਾਹਿਬ ਨੇ ਸਾਰਾ ਖਜ਼ਾਨਾ ਉਸ ਕਵੀ ਹੰਸ ਰਾਮ ਨੂੰ ਦੇ ਦਿੱਤਾ। ਹੰਸ ਰਾਮ ਆਇਆ ਤਾਂ ਕੁਝ ਮੋਹਰਾਂ ਲੈਣ ਵਾਸਤੇ ਸੀ, ਪਰ ਕਿਰਪਾ ਹੋਈ ਸਤਿਗੁਰੂ ਜੀ ਦੀ, ਅੱਜ ਰਾਜਾ ਬਣ ਚੱਲਿਆ। ਤੇ ਗੁਰੂ ਸਾਹਿਬ ਖਜ਼ਾਨਚੀ ਜੀ ਨੂੰ ਆਖਦੇ ਨੇ ਵੀ ਜਿਹੜਾ ਗਵਾਲੀਅਰ ਦੀ ਸੰਗਤਾਂ ਨੇ ਹਾਥੀ ਭੇਟਾ ਕੀਤਾ ਸੀ, ਉਹ ਹਾਥੀ ਵੀ ਕਵੀ ਹੰਸ ਰਾਮ ਨੂੰ ਦੇ ਦਿਓ, ਵੀ ਜਦੋਂ ਅਗਲੀ ਵਾਰ ਆਵੇ ਇਹ ਹਾਥੀ ਤੇ ਸਵਾਰ ਹੋ ਕੇ ਆਵੇ। ਤੇ ਕਵੀ ਹੰਸ ਰਾਮ ਜੀ ਨੂੰ ਹਾਥੀ ਵੀ ਦਿੱਤਾ ਜਾਂਦਾ ਹੈ। ਤੇ ਜਦੋਂ ਗੁਰੂ ਸਾਹਿਬ ਤੋਂ ਵਿਦਾ ਹੋਣ ਲੱਗਦਾ ਹੈ ਤੇ ਜਾਣ ਵੇਲੇ ਇੱਕ ਬੇਨਤੀ ਕਰਦਾ ਹੈ, ਪਾਤਸ਼ਾਹ ਮੈਂ ਤੁਹਾਡੇ ਕੋਲੋਂ ਧਨ ਮੰਗਿਆ ਨਹੀਂ, ਹਾਥੀ ਨਹੀਂ ਮੰਗਿਆ, ਤੁਸੀਂ ਆਪ ਦਿੱਤਾ, ਪਰ ਪਾਤਸ਼ਾਹ ਇੱਕ ਕਿਰਪਾ ਕਰ ਦੇਵੋ, ਇੱਕ ਮੇਰੀ ਮੰਗ ਹੈ। ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਆਖਣ ਲੱਗੇ, ਮੰਗ ਕੀ ਮੰਗਦਾ ਹੈ ਕਵੀ ਹੰਸ ਰਾਮ? ਕਵੀ ਹੰਸ ਰਾਮ ਕਹਿੰਦਾ ਕਿ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦੇ, ਕਿ ਮੈਂ ਸਦਾ ਤੁਹਾਡੇ ਚਰਨਾਂ ਦੇ ਵਿੱਚ ਟਿਕਿਆ ਰਵਾਂ, ਸਦਾ ਮੈਂ ਤੁਹਾਡੀ ਸੇਵਾ ਕਰਦਾ ਰਵਾਂ। ਗੁਰੂ ਸਾਹਿਬ ਆਖਣ ਲੱਗੇ, ਤੂੰ ਅਨੰਦਪੁਰ ਸਾਹਿਬ ਆਉਂਦਾ ਰਹੀਂ, ਗੁਰੂ ਨਾਨਕ ਦੀ ਕਿਰਪਾ ਤੇਰੇ ਤੇ ਹੋਵੇਗੀ, ਤੈਨੂੰ ਥਾਂ ਮਿਲੇਗੀ। ਤੇ ਗੁਰੂ ਸਾਹਿਬ ਦੇ 52 ਕਵੀ ਹੋਏ ਨੇ, ਉਹਨਾਂ 52 ਕਵੀਆਂ ਦੇ ਵਿੱਚੋਂ ਇੱਕ ਕਵੀ ਹੰਸ ਰਾਮ ਜੀ ਹੋਏ ਨੇ, ਉਹਨਾਂ ਨੂੰ ਸਤਿਕਾਰ ਮਿਲਿਆ, ਥਾਂ ਮਿਲੀ। ਤੇ ਜਦੋਂ ਕਵੀ ਹੰਸ ਰਾਮ ਆਪਣੀ ਰਿਆਸਤ ਵਿੱਚ ਜਾ ਰਿਹਾ ਹੈ, ਜਿਸ ਰਿਆਸਤ ਦੇ ਵਿੱਚ ਲੋਕ ਨੂੰ ਹੰਸੂ ਕਹਿ ਕੇ ਬੁਲਾਉਂਦੇ ਸੀ, ਮਜ਼ਾਕ ਕਰਦੇ ਸੀ, ਅੱਜ ਜਦੋਂ ਹਾਥੀ ਤੇ ਸਵਾਰ ਹੋ ਕੇ ਧਨ ਦੌਲਤ ਲੈ ਕੇ ਨਾਲ ਸਿੱਖ ਨੇ 11 ਗੁਰੂ ਸਾਹਿਬ ਨੇ ਭੇਜੇ ਨੇ, ਤੇ ਜਿੱਦਾਂ ਹੀ ਆਪਣੀ ਰਿਆਸਤ ਵਿੱਚ ਵੜਦਾ ਹੈ, ਉੱਥੋਂ ਦਾ ਜਿਹੜਾ ਰਿਆਸਤ ਦਾ ਰਾਜਾ ਹੈ, ਉਹ ਸ਼ਿਕਾਰ ਖੇਡਣ ਜੰਗਲ ਦੇ ਵਿੱਚ ਆਇਆ ਹੋਇਆ ਸੀ। ਜਦੋਂ ਵੇਖਦਾ ਹੈ ਕੋਈ ਹਾਥੀ ਤੇ ਬਹਿ ਕੇ ਆ ਰਿਹਾ ਹੈ, ਆਪਣੇ ਘੋੜੇ ਤੋਂ ਉਤਰਦਾ ਹੈ, ਹੱਥ ਜੋੜ ਕੇ ਨਮਸਕਾਰ ਕਰਦਾ ਹੈ ਵੀ ਤੁਸੀਂ ਕਿਸ ਰਿਆਸਤ ਦੇ ਵਿੱਚੋਂ ਆਏ ਹੋ, ਕਿਸ ਰਿਆਸਤ ਦੇ ਰਾਜਾ ਹੋ। ਵੀ ਬਚਨ ਆਪਾਂ ਪੜ੍ਹਦੇ ਹਾਂ, ਜਾ ਕਾ ਦ੍ਰਿਸ਼ਟ ਕਛੁ ਨ ਆਵੇ, ਤਿਸ ਤਤਕਾਲ ਦੈ ਤਿਸ ਪ੍ਰਗਟਾਵੇ। ਜਿਸ ਮਨੁੱਖ ਦਾ ਕੋਈ ਗੁਣ ਨਜ਼ਰ ਨਹੀਂ ਆਉਂਦਾ, ਉਸਨੂੰ ਪਲਕ ਦੇ ਵਿੱਚ 10 ਦਸਾਵਾਂ ਦੇ ਵਿੱਚ ਉਹਦੀ ਸ਼ੋਭਾ ਕਰ ਦਿੰਦਾ ਹੈ ਮਾਲਕ, ਉਹਦੇ ਮਾਣ ਨੂੰ ਵਧਾ ਦਿੰਦਾ ਹੈ। ਜਿਸ ਰਾਜ ਦੇ ਵਿੱਚ ਲੋਕੀ ਨੂੰ ਹੰਸੂ ਕਹਿ ਕੇ ਬੁਲਾਉਂਦੇ ਸੀ, ਅੱਜ ਉਸੇ ਰਾਜ ਦਾ ਜਿਹੜਾ ਰਾਜਾ ਹੈ, ਉਹ ਰਾਜਾ ਕਹਿ ਕੇ ਬੁਲਾ ਰਿਹਾ ਵੀ ਤੁਸੀਂ ਕਿਸ ਰਿਆਸਤ ਦੇ ਰਾਜਾ ਹੋ। ਹੁਣ ਕਵੀ ਹੰਸ ਰਾਮ ਕਹਿੰਦਾ ਹੈ, ਮੈਂ ਕੋਈ ਰਾਜਾ ਨਹੀਂ, ਮੈਂ ਤਾਂ ਇੱਕ ਆਮ ਮਨੁੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰ ਦਾ ਮੰਗਤਾ ਹਾਂ। ਬੜਾ ਹੈਰਾਨ ਹੁੰਦਾ ਹੈ ਕਟੂਤ ਦਾ ਰਾਜਾ, ਕਿ ਜਿਸ ਗੁਰੂ ਦੇ ਮੰਗਤੇ ਹਾਥੀਆਂ ਤੇ ਚੜ੍ਹ ਕੇ ਆਉਂਦੇ ਨੇ, ਧਨ ਦੌਲਤ ਇੰਨੀ ਹੈ, ਉਹ ਦਾਤਾ ਕਿੱਦਾਂ ਦਾ ਹੋਵੇਗਾ। ਉਹ ਰਾਜਾ ਕਹਿਣ ਲੱਗਾ ਹੰਸ ਰਾਮ ਨੂੰ ਵੀ ਮੈਂ ਵੀ ਉਸ ਗੁਰੂ ਗੋਬਿੰਦ ਸਿੰਘ ਨੂੰ ਮਿਲਣਾ ਚਾਹੁੰਦਾ ਹਾਂ, ਜਿਨ੍ਹਾਂ ਦੇ ਦਰ ਦਾ ਤੂੰ ਮੰਗਤਾ ਹੈ।
ਕਹਿਣ ਤੋਂ ਭਾਵ ਉਹ ਪਰਿਪੂਰਨ ਪਰਮਾਤਮਾ ਆਪਣੇ ਸੇਵਕਾਂ ਦੀ ਸदैव ਰੱਖਿਆ ਕਰਦਾ ਹੈ ਤੇ ਉਹ ਇੱਕ ਖਿੰਨ ਦੇ ਵਿੱਚ ਨੀਵੇਂ ਮਨੁੱਖ ਨੂੰ ਵੀ ਰਾਜ ਭਾਗ ਦੇ ਦਿੰਦਾ ਹੈ, ਗਰੀਬਾਂ ਨੂੰ ਨਵਾਜਣ ਵਾਲਾ ਹੈ। ਜਿਨ੍ਹਾਂ ਤੇ ਆਪਣੀ ਬਖਸ਼ਿਸ਼ ਕਰਦਾ ਹੈ ਉਹਨਾਂ ਦਾ ਲੇਖਾ ਵੀ ਨਹੀਂ ਗਿਣਿਆ ਜਾਂਦਾ। ਫਿਰ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਗਨੈ ਜਗਦੀਸ਼। ਜਿਨ੍ਹਾਂ ਤੇ ਉਹ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਹਨਾਂ ਦੇ ਕਰਮਾਂ ਦਾ ਲੇਖਾ ਵੀ ਨਹੀਂ ਹੁੰਦਾ। ਫਿਰ ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਇਹ ਜਿਨ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ ਤੇ ਹਰ ਇੱਕ ਜੀਵ ਦੇ ਵਿੱਚ ਉਹ ਪ੍ਰਭੂ ਆਪ ਵਰਤਦਾ ਹੈ, ਉਹਦਾ ਹੀ ਜਲਵਾ ਹੈ, ਉਹਦਾ ਹੀ ਪ੍ਰਗਾਸ ਹੈ। ਆਪਣੀ ਬਣਤੀ ਆਪ ਬਣਾਈ, ਨਾਨਕ ਜੀਵੈ ਦੇਖ ਵਡਾਈ। ਇਸ ਜਗਤ ਦੀ ਰਚਨਾ ਉਸਨੇ ਆਪ ਰਚੀ ਹੈ ਤੇ ਉਹ ਇਸ ਆਪਣੀ ਰਚੀ ਹੋਈ ਰਚਨਾ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ ਤੇ ਸਦਾ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਤੇ ਜੇ ਸਾਨੂੰ ਵੀ ਕਿਸੇ ਚੀਜ਼ ਦੀ ਲੋੜ ਹੋਵੇ, ਉਸ ਕਲਗੀਆਂ ਵਾਲੇ ਦਾਤੇ ਕੋਲੋਂ ਮੰਗੀਏ, ਉਹਦੀ ਅਰਦਾਸ ਕਰੀਏ। ਸਤਿਗੁਰੂ ਦੀ ਕਿਰਪਾ।